बेटा ਜਿਹੜਾ ਹੁਣ ਸਰਕਾਰ ਵੱਲੋਂ 21 ਤਰੀਕ ਤੋਂ ਪੈਸ ਦਾ ਟੈਸਟ ਹੋਣ ਜਾ ਰਿਹਾ ਹੈ, ਉਹਦੇ ਵਿੱਚੋਂ ਮੈਥ ਦਾ ਵਿਭਾਗ ਵੱਲੋਂ ਇੱਕ ਸੈਂਪਲ ਪੇਪਰ ਬਣਾ ਕੇ ਭੇਜਿਆ ਗਿਆ ਹੈ। ਹੁਣ ਇਸ ਵਾਰੀ ਤੁਹਾਨੂੰ ਜਿਹੜੇ ਕੁਐਸਚਨਸ ਆ ਰਹੇ ਨੇ ਉਹ 2-2 ਨੰਬਰ ਦੇ ਹੋਣਗੇ ਤੇ 20 ਕੁਐਸਚਨਸ ਹੋਣਗੇ, ਜਿਨ੍ਹਾਂ ਦਾ ਟੋਟਲ ਮਾਰਕਸ 40 ਅੰਕਾਂ ਦਾ ਹੋਵੇਗਾ ਤੇ ਇਹੀ ਤੁਹਾਡਾ ਜਿਹੜਾ ਹੈ ਬਾਈ ਮੰਥਲੀ ਟੈਸਟ ਦੇ ਵਿੱਚ ਯੂਜ਼ ਹੋਵੇਗਾ ਪੇਪਰ। ਇਸ ਕਰਕੇ ਇਸ ਨੂੰ ਬੜੇ ਧਿਆਨ ਨਾਲ ਦੇਣਾ ਹੈ। ਤੇ ਹੁਣ ਮੈਂ ਤੁਹਾਨੂੰ ਇਸ ਸੈਂਪਲ ਪੇਪਰ ਨੂੰ ਥੋੜਾ ਹੱਲ ਕਰਕੇ ਸਮਝਾ ਕੇ ਕਾਪੀ ਤੇ एक वीडियो बना के भेज रहे हैं ताकि ਤੁਹਾਨੂੰ थोड़ी हेल्प मिल सकेगी। ਤੁਸੀਂ किस तरह पेपर अटैम्प्ट करना है, किस तरह ਤੁਹਾਡੇ पेपर ਦੇ ਵਿੱਚ सवाल आ सकते हैं। तो सिर्फ छोटे छोटे MCQs नहीं, थोड़े ਜਿਹੇ ਵੱਡੇ MCQs, थोड़े सवाल इदां ਦੇ ਜਿਹੜੇ ਕਿ ਹੱਲ ਕਰਕੇ ਵੀ ਤੁਹਾਨੂੰ ਆਨਸਰ ਪਤਾ ਲੱਗੇ ਇਦਾਂ ਦੇ ਹੋ ਸਕਦੇ ਨੇ। ਜਿਵੇਂ ਕਿ ਪਹਿਲਾ ਸਵਾਲ ਤੁਸੀਂ ਦੇਖ ਸਕਦੇ ਹੋ, y ਧੁਰੇ ਤੇ ਸਥਿਤ ਕਿਸੇ ਬਿੰਦੂ ਦਾ ਕੋਟੀ ਕਿੰਨਾ ਹੋਵੇਗਾ। ਵਟ ਇਜ਼ ਦ ਆਰਡੀਨੇਟ ਆਫ ਅ ਪੁਆਇੰਟ ਲਾਈਂਗ ਔਨ y ਐਕਸਿਸ। ਪਹਿਲੇ ਤਾਂ ਇੱਕ ਗੱਲ ਧਿਆਨ ਨਾਲ ਸੁਣੋ ਕਿ ਇਹ ਦੇਖੋ ਤੁਹਾਡੇ ਕੋਲ ਹੈ एक्स ਧੁਰਾ एक्स एक्सिस ਤੇ ਇਹ है y एक्सिस। ਇਸ ਗੱਲ ਦਾ ਧਿਆਨ ਰੱਖਣਾ ਹੈ ਬੇਟਾ ਕਿ x एक्सिस ਦੇ ਉੱਤੇ ਜਿੰਨੇ ਵੀ ਬਿੰਦੂ ਹੁੰਦੇ ਨੇ, ਹਰ ਬਿੰਦੂ x, y ਹੁੰਦਾ ਹੈ। ਇਸ ਗੱਲ ਦਾ ਧਿਆਨ ਰੱਖੋ, ਬਸ ਇਸ ਗੱਲ ਦਾ ਧਿਆਨ ਰੱਖਣਾ ਕਿ ਹਰ ਇੱਕ ਬਿੰਦੂ x, y ਹੁੰਦਾ ਹੈ। ਜੇ ਤੁਹਾਨੂੰ x ਧੁਰੇ ਦਾ ਬਿੰਦੂ ਚਾਹੀਦਾ ਹੈ, x ਧੁਰੇ ਦੇ ਉੱਤੇ ਕੋਈ ਬਿੰਦੂ ਚਾਹੀਦਾ ਹੈ ਤੇ ਤੁਸੀਂ x ਲਿਖਣਾ ਹੈ ਆਪਣੀ ਥਾਂ ਤੇ ਬਾਕੀ ਥਾਂ ਤੇ 0 ਪਾ ਦੇਣੀ ਹੈ। ਇਹ ਬਿੰਦੂ x ਧੁਰੇ ਦਾ ਹੈ। ਜੇ y ਧੁਰੇ ਦਾ ਬਿੰਦੂ ਲਿਖਣਾ ਹੈ ਤਾਂ y ਨੂੰ y ਦੀ ਥਾਂ ਤੇ ਲਿਖ ਦੇਣਾ ਹੈ ਤੇ ਬਾਕੀ ਜਿਹੜੀ ਥਾਂ ਬਚ ਗਈ ਉੱਥੇ ਕੀ ਲਿਖ ਦੇਣਾ ਹੈ 0। ਇਹ ਹੋ ਗਿਆ ਬਿੰਦੂ y ਧੁਰੇ ਦਾ। ਮੇਰੀ ਗੱਲ ਸਮਝ ਲੱਗ ਰਹੀ ਹੈ ਕਿ x ਧੁਰੇ ਤੇ y ਧੁਰੇ ਦਾ ਬਿੰਦੂ ਕਿੱਦਾਂ ਪਤਾ ਲਗਾਉਂਦੇ ਆ। ਹੁਣ ਉਹਨੇ ਸਾਨੂੰ ਕੁਐਸਚਨ ਕੀ ਕੀਤੀ ਹੈ, ਉਹਨੇ ਕਿਹਾ y ਧੁਰੇ ਦਾ ਬਿੰਦੂ ਦੱਸੋ। ਆਹ ਹੈ y ਧੁਰੇ ਦਾ ਬਿੰਦੂ, ਹੈ ਨਾ, ਕਿਹੜਾ ਹੈ 0, y। ਹੁਣ ਪਹਿਲੇ ਅੱਖਰ ਨੂੰ ਬੋਲਦੇ ਹਾਂ ਭੁਜ, ਦੂਜੇ ਨੂੰ ਬੋਲਦੇ ਹਾਂ ਕੋਟੀ। ਪਹਿਲੇ ਨੂੰ ਬੋਲਦੇ ਹਾਂ ਐਬਸੀਸਾ, ਦੂਜੇ ਨੂੰ ਬੋਲਦੇ हैं ऑर्डिनेट। याद रखना इस गल का। ठीक है ना। हुण सानू की किया जा रहा है, सानू किया जा रहा है कि y धुरे ते स्थित बिंदु का कोटि कितना होगा। दसो वोट कोटि कितना है y। हुण y धुरे ते स्थित किसी बिंदु का कोटि कितना होगा ते ये देखो जिहड़ा उन्होंने दस्सिया है y धुरे ते स्थित बिंदु 0, y तो उसका कोटि तो y होगा। क्वेश्चन के कोई ना कोई गलती है, ਜਾਂ ਤਾਂ ਇੱਥੇ x ਧੁਰਾ ਹੋਣਾ ਚਾਹੀਦਾ ਸੀਗਾ, है ना। पहले सवाल ਦੇ कोई मिसप्रिंटिंग हो गई है क्वेश्चन की। ਅਸੀਂ ਮੰਨ ਲੈਂਦੇ ਹਾਂ कि ਸਾਨੂੰ ਕਿਹਾ ਗਿਆ ਹੈ ਤਾਂ x ਧੁਰਾ, ਤੇ ਜੇ x ਧੁਰੇ ਦਾ ਕੋਟੀ ਪੁੱਛਿਆ ਜਾਵੇ ਤਾਂ 0 ਹੈ। ਸਾਡਾ ਆਨਸਰ ਇਹ ਆ ਜਾਏਗਾ, ਇਹ ਆਨਸਰ ਤੁਹਾਡਾ ਹੋਵੇਗਾ। ਲੇਕਿਨ ਯਾਦ ਰੱਖੋ ਇੱਥੇ x ਧੁਰਾ ਹੋਣਾ ਚਾਹੀਦਾ ਸੀਗਾ। ਮੇਰੀ ਗੱਲ ਨੂੰ ਸਮਝੋ ਬੇਟਾ, ਸਵਾਲ ਦੀ ਗਲਤੀ ਤੇ ਨਾ ਜਾਓ। ਤੁਸੀਂ ਸਮਝੋ ਕਿ ਤੁਹਾਨੂੰ ਸਵਾਲ ਜੀ ਆਇਆ ਤਾਂ ਤੁਸੀਂ ਕਰਨਾ ਕਿੱਦਾਂ ਹੈ। जे x ਧੁਰਾ है तो ਤੁਹਾਨੂੰ ਬਿੰਦੂ पता लगे कितना बनाना है। x की थां पे x लिख लेना, दूजी थां पे 0। y ਧੁਰਾ तो y की थां y लिख देना तो दूजी थां पे 0। ਹੁਣ ਇਹ ਬਿੰਦੂ ਆ ਗਏ ਨੇ। ਹੁਣ ਤੁਹਾਨੂੰ ਯਾਦ ਰੱਖਣਾ ਪਹਿਲੇ ਅੱਖਰ ਨੂੰ ਕੋਟੀ ਭੁਜ ਬੋਲਦੇ ਆ, ਪਹਿਲੇ ਅੱਖਰ ਨੂੰ ਭੁਜ, ਦੂਜੇ ਨੂੰ ਕੋਟੀ। ਹੁਣ ਤੁਹਾਨੂੰ ਪੁੱਛਿਆ ਜਾ ਰਿਹਾ ਕਿ ਭੁਜ ਕਿੰਨਾ ਹੈ ਤਾਂ ਤੁਸੀਂ ਦੱਸ ਸਕਦੇ ਹੋ, ਕੋਟੀ ਕਿੰਨਾ ਤਾਂ ਤੁਸੀਂ ਦੱਸ ਸਕਦੇ ਹੋ। ਸਵਾਲ ਦੀ ਗਲਤੀ ਤੇ ਨਹੀਂ ਜਾਣਾ, ਸਵਾਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਠੀਕ ਹੈ। ਦੂਜਾ ਕੁਐਸਚਨ ਦੇਖੋ ਬੇਟਾ, ਦੂਜਾ ਕੁਐਸਚਨ ਸਾਨੂੰ ਕੀ ਦੇ ਰਿਹਾ ਹੈ, ਧਿਆਨ ਨਾਲ ਦੇਖਿਓ ਸਾਰੇ। बहुपद px, दूजा क्वेश्चन है बहुपद px बराबर है x की घात 2 - 2 की सिफर दसनी है बेटा। फाइंड द जीरो। मैं तुम दसा किसी का भी सिफर या जीरो पता करनी होवे तो उस रकम नूं आपां जीरो के बराबर रख देंगे हैं। ठीक है, खुद जीरो के बराबर रखना होंदा है उसनूं। ते हुण x की घात 2 -2 उधर भेजिया +2 आ गया। ठीक है ना। हुण x की घात 2 जे 2 के बराबर है तो x कितना आएगा वर्गमूल 2। आंसर होना चाहिए सीगा बेटा। पर इतने फिर देखो, इतने फिर कोई ना कोई गलती है, प्रिंटिंग मिस्टेक है बहुत ही। हुण ध्यान नाल देखना है। x की घात 2 - 2 फाइंड अ 0। इत्थे क्वेश्चन दे विच जिहड़ी गलती है वो भी तुहानूं मैं दस दिंदा आ। क्वेश्चन इहदे विच होना चाहिए सीगा x की घात 2 - 4 बेटा। ठीक है, तो ये इत्थे गलती हुई है। फिलहाल तो आंसर जो तुसी इस गल का ध्यान रखना है कि कोई भी क्वेश्चन जिसका सिफर कढ़ना होवे तुसी उस पूरी पॉलीनोमियल नूं 0 के बराबर रखना है तो उत्थों x का मुल पता करना होंदा है। ये पहला तो दूजे सवाल के क्वेश्चन थोड़ी जी गलत सीगे, पर तुसी कंसैप्ट समझ लिया है। मैं उम्मीद कर रहा तुहानूं कंसैप्ट समझ आ गया होगा कि किस तरह सिफर लभनी होवे तो असीं उसमें इक्वल टू 0 करते हैं। तीजा सवाल देखो, चित्र भी दिखाए x ते y का आपसी संबंध की है। तुसीं देखो x ते y का आपसी संबंध दसना है। देखो एक सीधी लाइन जा रही है, तो एक सीधी लाइन तो सीधी रेखा के उत्ते x ते y कोण बनने असीं देखते हैं।
ਪੂਰਕ ਸੰਪੂਰਕ ਸਿਖਰ ਸਨਮੁਖ ਤਾਂ ਕੋਈ ਨਹੀਂ। ਸਾਰਿਆਂ ਨੂੰ ਪਤਾ ਹੈ ਕਿ ਇੱਕ ਸਿੱਧੀ ਰੇਖਾ ਤੇ ਜਿਹੜੇ ਕੋਣ ਬਣਦੇ ਨੇ ਉਹਨਾਂ ਦਾ ਜੋੜ 180 ਹੁੰਦਾ ਹੈ ਤੇ 180 ਸਿਰਫ ਸੰਪੂਰਕ ਕੋਣਾਂ ਦਾ ਜੋੜ ਹੁੰਦਾ ਹੈ। ਇਸ ਕਰਕੇ ਤੁਹਾਡੇ ਤੀਜੇ ਸਵਾਲ ਜਿਹਦੇ ਵਿੱਚ ਉਸਨੇ x ਤੇ y ਦਾ ਸੰਬੰਧ ਪੁੱਛਿਆ ਸੀਗਾ, ਤੁਸੀਂ ਯਾਦ ਰੱਖੋ ਬੇਟਾ, ਇੱਕ ਸਿੱਧੀ ਲਾਈਨ ਦੇ ਉੱਤੇ ਜਿਹੜੇ ਕੋਣ ਬਣਦੇ ਨੇ ਉਹਨਾਂ ਦਾ ਜੋੜ 180 ਹੁੰਦਾ ਹੈ। ਇਸ ਕਰਕੇ ਆਨਸਰ ਕੀ ਹੋਏਗਾ? ਸੰਪੂਰਕ, ਸਪਲੀਮੈਂਟਰੀ ਐਂਗਲ। ਦੇਖੋ ਆਪਸ਼ਨ ਹੈਗੀ ਹੈ ਸੰਪੂਰਕ ਜਾਂ ਸਪਲੀਮੈਂਟਰੀ ਐਂਗਲ। ਕਲੀਅਰ ਬੇਟਾ? ਤੇ ਸਮਝ ਲੱਗ ਗਿਆ, ਜਿਹਨਾਂ ਦਾ ਜੋੜ 90 ਹੋਵੇ ਉਹ ਪੂਰਕ, ਜਿਹਨਾਂ ਦਾ ਜੋੜ 180 ਹੋਵੇ ਉਹ ਸੰਪੂਰਕ। ਤੇ ਤੁਹਾਡਾ ਬੀ ਆਪਸ਼ਨ, ਦੂਜਾ ਆਪਸ਼ਨ ਤੁਹਾਡਾ ਸਹੀ ਹੋਵੇਗਾ। ਹੁਣ ਚੌਥਾ ਸਵਾਲ ਦੇਖਣ ਜਾ ਰਹੇ ਹਾਂ, ਧਿਆਨ ਨਾਲ ਦੇਖੋ ਸਾਰੇ। ਚੌਥੇ ਸਵਾਲ 'ਚ ਸਾਨੂੰ ਕੀ ਕਿਹਾ ਜਾ ਰਿਹਾ ਹੈ? ਕਹਿੰਦਾ ਇਹਨਾਂ ਵਿੱਚੋਂ ਕਿਹੜੀਆਂ ਸਮਕੋਣ ਤਿਕੋਣ ਦੀਆਂ ਭੁਜਾਵਾਂ ਹਨ? ਪੁੱਛ ਰਿਹਾ। ਸਾਡਾ ਪਹਿਲਾ ਆਨਸਰ ਹੈ 5, 1 ਤੇ 8, ਦੂਜਾ ਹੈ 5, 3 ਤੇ 4, ਤੀਜਾ ਹੈ 7, 3 ਤੇ 2 ਤੇ ਚੌਥਾ ਹੈ 12, 3 ਤੇ 2। ਹੁਣ ਤੁਸੀਂ ਕਿੱਦਾਂ ਪਤਾ ਲਗਾਓਗੇ ਕਿ ਕਿਹੜੀ ਜਿਹੜੀ ਹੈ ਸਮਕੋਣ ਤਿਕੋਣ ਹੈ? ਤੁਸੀਂ ਦੇਖੋ ਸਾਰਿਆਂ ਦੀ ਘਾਤ 2 ਕਰ ਦਿਓ। 5 5 25, 1 1 8 8 64। ਕਿ ਦੋ ਛੋਟੀਆਂ ਸੰਖਿਆਵਾਂ ਦਾ ਜੋੜ ਤੀਜੀ ਦੇ ਬਰਾਬਰ ਆ ਰਿਹਾ? ਨਹੀਂ ਆ ਰਿਹਾ, ਕੱਟ ਦਿਓ, ਇਹ ਨਹੀਂ ਹੋ ਸਕਦਾ ਬੇਟਾ। 5 5 25, 3 3 9, 4 4 16 ਛੋਟੀਆਂ ਸੰਖਿਆਵਾਂ ਇਹ ਨੇ, ਇਹਨਾਂ ਨੂੰ ਜੋੜ ਕੇ ਦੇਖੋ 25 ਬਣ ਰਿਹਾ। ਯੈਸ ਬਣ ਰਿਹਾ। ਤੇ ਇਹ ਸਾਡੇ ਕੋਲ ਸਮਕੋਣ ਤਿਕੋਣ ਹੋਵੇਗਾ। ਬੇਟਾ ਯਾਦ ਰੱਖਣਾ, ਸਮਕੋਣ ਤਿਕੋਣ ਕਿੱਦਾਂ ਪਤਾ ਲੱਗਦਾ ਹੈ ਕਿ 3 ਭੁਜਾਵਾਂ ਦਿੱਤੀਆਂ ਨੇ, ਤੁਸੀਂ ਤਿੰਨਾਂ ਦੀ ਘਾਤ 2 ਕਰਨੀ ਹੁੰਦੀ ਹੈ ਤੇ ਫਿਰ ਸਭ ਤੋਂ ਵੱਡੇ ਵਾਲਾ ਆਨਸਰ ਬਾਕੀ ਦੋਵਾਂ ਨੂੰ ਜੋੜ ਕੇ ਆਉਣਾ ਚਾਹੀਦਾ ਹੈ। ਤੇ ਤੁਸੀਂ ਬਾਕੀ ਵੀ ਚੈੱਕ ਕਰੋਗੇ ਤਾਂ ਨਹੀਂ ਆਏਗਾ। ਤੁਹਾਡਾ ਬੀ ਆਪਸ਼ਨ ਸਹੀ ਆਨਸਰ ਹੋਵੇਗਾ, ਦੂਜਾ ਆਪਸ਼ਨ। ਤੇ ਬੀ ਆਪਸ਼ਨ ਹੀ ਤੁਹਾਡੇ ਇਸ ਸਵਾਲ ਦਾ ਸਹੀ ਆਨਸਰ ਹੋਵੇਗਾ। ਕਨਸੈਪਟ ਸਮਝ ਆਇਆ ਕਿ 3 ਭੁਜਾਵਾਂ ਦਿੱਤੀਆਂ ਹੋਣ ਤਾਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਉਹ ਸਮਕੋਣ ਤਿਕੋਣ ਦੀਆਂ ਹਨ ਕਿ ਨਹੀਂ। ਹੁਣ ਪੰਜਵਾਂ ਸਵਾਲ ਦੇਖੋ ਬੇਟਾ। ਪੰਜਵਾਂ ਸਵਾਲ ਅਸੀਂ ਦੇਖਣ ਜਾ ਰਹੇ ਹਾਂ, ਦਿੱਤੇ ਤ੍ਰਿਭੁਜ ਦੀਆਂ ਭੁਜਾਵਾਂ ਨੂੰ ਵੱਧਦੇ ਕ੍ਰਮ ਵਿੱਚ ਲਿਖਣਾ ਹੈ ਬੇਟਾ। ਦਿੱਤੇ ਤ੍ਰਿਭੁਜ ਦੀਆਂ ਭੁਜਾਵਾਂ ਨੂੰ ਵੱਧਦੇ ਕ੍ਰਮ ਵਿੱਚ ਲਿਖਣਾ ਹੈ। ਵੱਧਦਾ ਕ੍ਰਮ ਪਤਾ ਹੈ ਨਾ ਕੀ ਹੁੰਦਾ ਹੈ? ਇਨਕਰੀਜ਼ਿੰਗ ਆਰਡਰ, ਸਭ ਤੋਂ ਛੋਟਾ, ਫਿਰ ਉਸ ਤੋਂ ਵੱਡਾ, ਫਿਰ ਉਸ ਤੋਂ ਵੱਡਾ। ਠੀਕ ਹੈ ਨਾ, ਜਿੱਦਾਂ ਵੀ ਕਹਿ ਸਕਦੇ ਹੋ। ਹੁਣ ਦੇਖੋ ਧਿਆਨ ਨਾਲ, ਆਹ ਤ੍ਰਿਭੁਜ ਦਿੱਤਾ ਗਿਆ, ਤੁਹਾਨੂੰ ਦਿੱਤਾ ਨਾ। ਅਸੀਂ ਧਿਆਨ ਨਾਲ ਦੇਖੋ, ਮੈਂ ਤ੍ਰਿਭੁਜ ਬਣਾ ਰਿਹਾ ਹਾਂ। 70 ਡਿਗਰੀ ਕੋਣ ਦਿੱਤਾ ਹੈ, 45 ਡਿਗਰੀ ਕੋਣ ਦਿੱਤਾ ਹੈ ਤੇ 65 ਡਿਗਰੀ ਕੋਣ ਦਿੱਤਾ ਹੈ। ਬੇਟਾ ਧਿਆਨ ਨਾਲ, ਇੱਧਰ C ਲਿਖਿਆ ਹੈ, ਇੱਧਰ A, ਇੱਧਰ B। ਹੁਣ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸਮਝਣਾ ਹੈ। ਸਭ ਤੋਂ ਛੋਟੀ ਭੁਜਾ ਉਹੀ ਹੋਏਗੀ ਜਿਹੜੀ ਸਭ ਤੋਂ ਛੋਟੇ ਕੋਣ ਦੇ ਸਾਹਮਣੇ ਹੋਏਗੀ। ਸਭ ਤੋਂ ਛੋਟਾ ਕੋਣ ਤੁਹਾਡੇ ਕੋਲ 45 ਹੈ, 45 ਤੋਂ ਸਾਹਮਣੇ ਵਾਲੀ ਕੋਣ ਸਭ ਤੋਂ ਛੋਟੀ ਪਹਿਲੇ ਨੰਬਰ ਤੇ ਕਿਹੜੀ ਹੈ? A। ਫਿਰ 65 ਦੂਜੇ ਨੰਬਰ ਤੇ ਕੋਣ 65 ਹੈ, ਦੂਜੇ ਨੰਬਰ ਤੇ ਹੋਏਗੀ C, ਤੀਜੇ ਨੰਬਰ ਤੇ ਹੋਏਗੀ B। ਮੇਰੀ ਗੱਲ ਸਮਝ ਆ ਰਹੀ ਹੈ ਬੇਟਾ? ਤੁਸੀਂ ਕੋਣ ਨੂੰ ਸਭ ਤੋਂ ਪਹਿਲਾਂ ਕੋਣਾਂ ਨੂੰ ਲਿਖੋ ਲੜੀ ਵਾਂਗ। ਸਭ ਤੋਂ ਛੋਟਾ ਕੋਣ, ਉਸ ਤੋਂ ਵੱਡਾ ਕੋਣ, ਉਸ ਤੋਂ ਵੱਡਾ ਕੋਣ ਲਿਖ ਲਿਆ। ਹੁਣ 45 ਦੇ ਸਾਹਮਣੇ ਕਿਹੜੀ ਹੈ? 45 ਦੇ ਬਿਲਕੁਲ ਸਾਹਮਣੇ A, 65 ਦੇ ਬਿਲਕੁਲ ਸਾਹਮਣੇ C ਤੇ 70 ਦੇ ਬਿਲਕੁਲ ਸਾਹਮਣੇ B। ਤੇ ACB ਦੇਖੋ, ACB ਦੂਜਾ ਆਪਸ਼ਨ ਤੁਹਾਡਾ ਰਾਈਟ ਆਨਸਰ ਹੈ। ਮੇਰੀ ਗੱਲ ਸਮਝ ਲੱਗ ਰਹੀ ਹੈ ਬੇਟਾ ਕਿ ਜੇ ਕੋਣਾਂ ਦੀ ਮਦਦ ਨਾਲ ਭੁਜਾਵਾਂ ਨੂੰ ਆਪਾਂ ਵੱਧਦੇ ਕ੍ਰਮ ਵਿੱਚ ਲਿਖਣਾ ਹੋਵੇ ਤਾਂ ਕੋਣਾਂ ਨੂੰ ਪਹਿਲਾਂ ਵੱਧਦੇ ਕ੍ਰਮ ਵਿੱਚ ਲਿਖ ਕੇ ਕੋਣ ਦੇ ਸਾਹਮਣੇ ਵਾਲੀ ਭੁਜਾ ਲਿਖ ਦਿਓ ਤੇ ਉਸ ਤਰ੍ਹਾਂ ਅਸੀਂ ਭੁਜਾਵਾਂ ਨੂੰ ਵੀ ਲਿਖ ਸਕਦੇ ਹਾਂ। ਹੁਣ ਆਪਾਂ 6ਵਾਂ ਸਵਾਲ ਕਰਨ ਜਾ ਰਹੇ ਹਾਂ, ਧਿਆਨ ਨਾਲ ਦੇਖਿਓ। 6ਵੇਂ ਸਵਾਲ 'ਚ ਕੀ ਕਹਿ ਰਿਹਾ? ਤ੍ਰਿਭੁਜ ਦੇ ਖੇਤਰਫਲ ਲਈ ਹੀਰੋ ਦਾ ਸੂਤਰ ਕਿਹੜਾ ਹੈ ਬੇਟਾ? ਹੀਰੋ ਦੇ ਸੂਤਰ ਵਿੱਚ ਪਰਿਮਾਪ ਕਿਹੜਾ ਹੁੰਦਾ ਹੈ? ਇਨ ਹੀਰੋਜ਼ ਫਾਰਮੂਲਾ ਟੂ ਫਾਈਂਡ ਦਾ ਏਰੀਆ ਆਫ ਟ੍ਰਾਇੰਗਲ ਪੈਰੀਮੀਟਰ ਇਜ਼। ਹੁਣ ਦੇਖੋ ਪੈਰੀਮੀਟਰ ਕੀ ਹੁੰਦਾ ਹੈ? ਹੀਰੋਜ਼ ਫਾਰਮੂਲਾ ਦੇ ਵਿੱਚ ਅਸੀਂ ਸੈਮੀ ਪੈਰੀਮੀਟਰ ਕੱਢਦੇ ਹਾਂ, A ਜਮਾ B ਜਮਾ C ਬਟਾ 2। ਠੀਕ ਹੈ ਨਾ। ਇਸ ਲਈ ਸਾਨੂੰ ਹੀਰੋਜ਼ ਫਾਰਮੂਲਾ ਨੂੰ ਫਾਈਂਡ ਕਰਨ ਲਈ ਏਰੀਆ ਆਫ ਟ੍ਰਾਇੰਗਲ ਫਾਈਂਡ ਆਊਟ ਕਰਨਾ ਹੈ ਤਾਂ ਪੈਰੀਮੀਟਰ ਕੱਢਣ ਨੂੰ ਕਿਹਾ ਹੈ? ਪੈਰੀਮੀਟਰ ਤਾਂ A ਜਮਾ B ਜਮਾ C ਹੁੰਦਾ ਹੈ ਤੇ ਜਿਹੜਾ A ਜਮਾ B ਜਮਾ C ਬਟਾ 2 ਹੁੰਦਾ ਉਸਨੂੰ ਅਸੀਂ S ਕਹਿੰਦੇ ਹਾਂ, S ਫੋਰ ਸੈਮੀ ਪੈਰੀਮੀਟਰ। ਹੁਣ ਜੇਕਰ ਸਵਾਲ ਦੇ ਵਿੱਚ ਸਾਨੂੰ ਸੈਮੀ ਪੈਰੀਮੀਟਰ ਲਿਖਿਆ ਹੁੰਦਾ ਫਿਰ ਸਾਡਾ ਆਨਸਰ 4 ਆਉਣਾ ਸੀਗਾ, ਲੇਕਿਨ ਸਿਰਫ ਪੈਰੀਮੀਟਰ ਲਿਖਿਆ, ਇਸ ਕਰਕੇ ਸਾਡਾ ਆਨਸਰ 1 ਹੋਏਗਾ ਜੋ ਕਿ ਸਾਡਾ ਆਨਸਰ ਹੈ। ਪਹਿਲਾ ਆਪਸ਼ਨ ਸਾਡਾ ਸਹੀ ਆਨਸਰ ਹੋਏਗਾ ਕਿਉਂਕਿ ਏਰੀਆ ਆਫ ਟ੍ਰਾਇੰਗਲ ਕੱਢਣ ਵਾਸਤੇ ਹੀਰੋ ਫਾਰਮੂਲਾ ਲਗਾਉਣਾ ਚਾਹੁੰਦੇ ਹਾਂ ਪਰ ਅਸੀਂ ਪੈਰੀਮੀਟਰ ਕੱਢ ਰਹੇ ਹਾਂ, ਸੈਮੀ ਪੈਰੀਮੀਟਰ ਨਹੀਂ ਕੱਢ ਰਹੇ। ਹੁਣ ਕੁਐਸਚਨ 'ਚ ਗਲਤੀ ਵੀ ਹੋ ਸਕਦੀ ਹੈ, ਲਿਖਣ ਵਾਲੇ ਨੇ ਇੱਥੇ ਅੱਧ ਪਰਿਮਾਪ ਜਾਂ ਸੈਮੀ ਪੈਰੀਮੀਟਰ ਲਿਖਣਾ ਚਾਹੀਦਾ ਸੀਗਾ। ਤ੍ਰਿਭੁਜ ਦੇ ਖੇਤਰਫਲ ਲਈ ਹੀਰੋ ਦੇ ਸੂਤਰ ਵਿੱਚ ਪਰਿਮਾਪ ਜਾਂ ਤਾਂ S ਲਿਖੋ। ਯਾਦ ਰੱਖ ਲਓ ਬੇਟਾ ਕੁਐਸਚਨ ਦੇ ਵਿੱਚ ਥੋੜੀ ਜਿਹੀ ਮਿਸਟੇਕ ਹੋ ਸਕਦੀ ਹੈ ਕਿ ਜੇਕਰ ਉਸਨੇ S ਦਾ ਮੁੱਲ ਪੁੱਛਿਆ ਹੈ ਤਾਂ S ਦਾ ਮੁੱਲ A ਜਮਾ B ਜਮਾ C ਬਟਾ 2 ਹੁੰਦਾ ਹੈ। ਜੇਕਰ ਉਸਨੇ ਸਿਰਫ ਇਕੱਲਾ ਪਰਿਮਾਪ ਪੁੱਛਿਆ, ਇਕੱਲਾ ਪਰਿਮਾਪ ਜਿਹੜਾ ਹੁੰਦਾ ਹੈ ਉਹ ਭੁਜਾਵਾਂ ਦਾ ਜੋੜ ਹੁੰਦਾ ਹੈ A ਜਮਾ B ਜਮਾ C। ਠੀਕ ਹੈ ਬੇਟਾ, ਇਸ ਗੱਲ ਦਾ ਧਿਆਨ ਰੱਖਿਓ। 4 ਤੇ 3 ਤਾਂ ਕਦੇ ਆਉਣਾ ਹੀ ਨਹੀਂ। 7ਵਾਂ ਸਵਾਲ ਦੇਖੋ ਬੇਟਾ ਸਾਰੇ ਧਿਆਨ ਨਾਲ।
ਰਾਮ ਸ਼ਾਮ ਅਤੇ ਮੋਹਨ ਇੱਕ 500 ਮੀਟਰ ਦੌੜ ਵਿੱਚ ਭਾਗ ਲੈ ਰਹੇ ਨੇ। 7ਵੇਂ ਕੁਐਸਚਨ ਦੇ ਵਿੱਚ ਰਾਮ ਸ਼ਾਮ ਤੇ ਮੋਹਨ ਇੱਕ 500 ਮੀਟਰ ਦੌੜ ਵਿੱਚ ਭਾਗ ਲੈ ਰਹੇ ਨੇ। ਉਹਨਾਂ ਦੇ ਰੇਸ ਜਿੱਤਣ ਦੀ ਸੰਭਾਵਨਾ ਹੇਠ ਲਿਖੇ ਅਨੁਸਾਰ ਹੈ। ਰਾਮ ਦੇ ਜਿੱਤਣ ਦੀ, ਸ਼ਾਮ ਦੇ ਜਿੱਤਣ ਦੀ, ਮੋਹਨ ਦੇ ਜਿੱਤਣ ਦੀ। ਇਹਨਾਂ ਵਿੱਚੋਂ ਕਿਸ ਦੀ ਰੇਸ ਜਿੱਤਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ ਪੁੱਛ ਰਿਹਾ ਬੇਟਾ। ਸੰਭਾਵਨਾ ਕਿਹਦੀ ਸਭ ਤੋਂ ਜ਼ਿਆਦਾ? ਦੇਖੋ ਰਾਮ ਦੀ 0.3 ਹੈ, ਇਹ ਕਿਹਦੀ ਹੈ? ਰਾਮ ਦੀ, ਜਿਹਨੂੰ ਅਸੀਂ 3/10 ਕਵਾਂਗੇ। ਸ਼ਾਮ ਦੀ ਜਿਹੜੀ ਹੈ ਉਹ ਹੈ 1/2, ਠੀਕ ਹੈ। ਤੇ ਤੀਜਾ ਹੈ ਮੋਹਨ, ਤੇ ਮੋਹਨ ਦੀ ਹੈ 20/100, ਜਿਸ ਨੂੰ ਅਸੀਂ ਕੱਟ ਕੇ 2/10 ਲਿਖ ਸਕਦੇ ਹਾਂ। ਹੁਣ ਦੇਖੋ 3/10, 2/10, ਤੇ ਜੇ ਇਸ ਨੂੰ ਮੈਂ 10 ਬਣਾਉਣ ਲਈ 5 ਨਾਲ ਉੱਪਰ ਤੇ 5 ਨਾਲ ਥੱਲੇ ਗੁਣਾ ਕਰਦਾ, ਧਿਆਨ ਦੇਖਣਾ ਤੁਸੀਂ, ਤੇ ਇਹ ਤੁਹਾਡੇ ਕੋਲ ਕੀ ਬਣ ਗਈ? 5/10। ਤੇ ਹੁਣ ਤੁਸੀਂ ਦੱਸ ਸਕਦੇ ਹੋ ਕਿ ਤਿੰਨਾਂ ਦੇ ਵਿੱਚੋਂ ਕਿਹੜੀ ਬੜੀ ਹੈ? ਦੱਸੋ ਸ਼ਾਬਾਸ਼, 5/10 ਬਿਲਕੁਲ ਸਹੀ। ਇਹਦਾ ਮਤਲਬ ਸ਼ਾਮ ਦੂਜੇ ਨੰਬਰ ਤੇ, ਬੀ ਆਪਸ਼ਨ ਤੁਹਾਡਾ ਆਨਸਰ ਸਹੀ ਹੋਏਗਾ। ਸ਼ਾਮ ਦੀ ਜਿਹੜੀ ਸੰਭਾਵਨਾ ਹੈ ਸਭ ਤੋਂ ਜ਼ਿਆਦਾ ਹੋਵੇਗੀ। ਲੱਗੀ ਗੱਲ ਸਮਝ ਬੇਟਾ? ਅੱਗੇ ਦੇਖੋ 8ਵਾਂ ਸਵਾਲ ਕਰਨ ਜਾ ਰਹੇ ਹਾਂ। ਧਿਆਨ ਦੇਖੋ, ਦਿੱਤੇ ਗਏ ਚਿੱਤਰ ਵਿੱਚ ਕੋਣ ਇੱਕ, ਚਿੱਤਰ ਬਣਾ ਲੈਣੇ ਪਹਿਲਾਂ ਆਪਾਂ। ਹੁਣ ਸਾਨੂੰ ਕੋਣ ਇੱਕ ਜਿਹੜਾ ਹੈ ਉਹ 50 ਡਿਗਰੀ ਦਿੱਤਾ ਗਿਆ ਹੈ। ਕੋਣ 2 ਜਿਹੜਾ ਹੈ ਉਹ 70 ਡਿਗਰੀ ਦਿੱਤਾ ਗਿਆ ਹੈ। ਕੋਣ 3 ਜਿਹੜਾ ਹੈ ਉਹ 60 ਡਿਗਰੀ ਦਿੱਤਾ ਗਿਆ ਹੈ। ਤਾਂ ਕੋਣ 4 ਪਤਾ ਕਰਨਾ ਹੈ ਬੇਟਾ। ਹੱਦ ਹੋ ਗਈ, ਇਹ ਤਾਂ 7ਵੀਂ ਕਲਾਸ ਦਾ ਸਵਾਲ ਹੈ ਬੇਟਾ। ਕਿ ਹੁਣ 4 ਕੋਣ, ਦੇਖੋ ਇਹਨਾਂ ਦੋਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਸਿੱਧੀ ਲਾਈਨ ਤੇ? 180 ਹੁੰਦਾ ਨਾ, ਹੁੰਦਾ ਨਾ। ਇਹਦਾ ਮਤਲਬ ਜੇ 4 ਕੋਣ ਪਤਾ ਕਰਨਾ ਤਾਂ 180 ਦੇ ਵਿੱਚੋਂ 60 ਘਟਾ ਦਈਏ। 180 - 60 ਕਿੰਨਾ ਆ ਗਿਆ? 120 ਡਿਗਰੀ। ਤੇ ਉੱਦਾਂ ਵੀ ਬਾਹਰਲਾ ਕੋਣ ਅੰਦਰਲੇ ਕੋਣਾਂ ਦਾ ਜੋੜ ਕਰੋ ਤਾਂ ਵੀ 120, ਮਤਲਬ ਆਨਸਰ ਕਿੰਨਾ ਆਣਾ? 120 ਡਿਗਰੀ ਆਣਾ, ਜਿਹੜਾ ਕਿ ਤੁਹਾਡਾ ਪਹਿਲਾ ਆਪਸ਼ਨ ਹੈ। ਇਹ ਆਪਸ਼ਨ ਤੁਹਾਡਾ ਇਸ ਸਵਾਲ ਦਾ ਆਨਸਰ ਹੋਵੇਗਾ ਬੇਟਾ। 8ਵਾਂ ਸਵਾਲ ਕੰਪਲੀਟ ਹੋ ਗਿਆ ਬੇਟਾ। ਹੁਣ 9ਵਾਂ ਕੁਐਸਚਨ ਦੇਖੋ ਤੁਸੀਂ। 9ਵੇਂ ਕੁਐਸਚਨ ਵਿੱਚ ਸਾਨੂੰ ਕੀ ਕਿਹਾ ਜਾ ਰਿਹਾ ਹੈ ਕਿ P/Q, ਕਹਿੰਦਾ ਪਰਿਮੇਯ ਸੰਖਿਆ ਨੂੰ P/Q ਵਿੱਚ ਲਿਖਿਆ ਜਾ ਸਕਦਾ ਜਿੱਥੇ P ਤੇ Q ਸੰਪੂਰਨ ਸੰਖਿਆਵਾਂ ਤੇ Q 0 ਦੇ ਬਰਾਬਰ ਹੋਵੇ। P ਤੇ Q ਵਾਸਤਵਿਕ ਸੰਖਿਆਵਾਂ ਤੇ Q ਨਾ 0 ਬਰਾਬਰ ਹੋਵੇ। PQ ਸੰਪੂਰਨ ਸੰਖਿਆਵਾਂ ਤੇ Q ≠ 0 ਹੋਵੇ, ਜਾਂ P ਤੇ Q ਆਪਰਿਮੇਯ ਸੰਖਿਆਵਾਂ ਹੋਣ। ਧਿਆਨ ਨਾਲ ਦੇਖਣਾ ਬੇਟਾ, P ਤੇ Q ਦੀ ਡੈਫੀਨੇਸ਼ਨ ਪੁੱਛੀ ਹੈ ਤੁਹਾਨੂੰ, ਤੇ ਇਹਦਾ ਆਨਸਰ ਕੀ ਹੁੰਦਾ ਬੇਟਾ? C ਆਪਸ਼ਨ, P and Q ਆਰ ਇੰਟੀਜਰਸ ਐਂਡ Q non-zero। P and Q ਸੰਪੂਰਨ ਸੰਖਿਆਵਾਂ ਹੋਣੀਆਂ ਚਾਹੀਦੀਆਂ ਨੇ ਤੇ ਕਦੇ ਵੀ Q 0 ਦੇ ਬਰਾਬਰ। ਯਾਦ ਰੱਖਣਾ ਬੇਟਾ, 9ਵੇਂ ਸਵਾਲ ਦੀ ਗੱਲ ਕਰ ਰਿਹਾ। P/Q ਦੇ ਵਿੱਚ ਥਰਡੀ ਰਕਮ ਕਦੇ 0 ਦੇ ਬਰਾਬਰ ਨਹੀਂ ਹੁੰਦੀ, ਤੇ P ਤੇ Q ਸੰਪੂਰਨ ਸੰਖਿਆਵਾਂ ਹੁੰਦੀਆਂ ਨੇ। ਕਿਹੜੀਆਂ? ਸੰਪੂਰਨ ਸੰਖਿਆਵਾਂ। ਯਾਦ ਰੱਖਣੀ ਹੈ, ਇੰਟੀਜਰਸ ਇੰਗਲਿਸ਼ ਵਿੱਚ ਬੋਲਦੇ ਹਾਂ, ਇਸ ਨੂੰ ਕੀ ਬੋਲਦੇ ਹਾਂ? ਇੰਟੀਜਰਸ ਬੋਲਦੇ ਹਾਂ। 9ਵਾਂ ਕੁਐਸਚਨ ਕਲੀਅਰ ਹੋ ਗਿਆ। ਇਹਦਾ ਕੀ ਕਿਹੜਾ ਆਪਸ਼ਨ ਆਇਆ ਤੁਹਾਡੇ ਕੋਲ? ਤੀਜਾ ਆਪਸ਼ਨ ਤੁਹਾਡਾ ਆਨਸਰ ਹੈ। ਅੱਗੇ ਚੱਲਦੇ ਹਾਂ ਬੇਟਾ। 10ਵਾਂ ਸਵਾਲ ਕਹਿੰਦਾ ਫਾਈਂਡ ਦਾ ਏਰੀਆ ਆਫ ਟ੍ਰਾਇੰਗਲ ਟੂ ਐਡਜੈਸੈਂਟ ਸਾਈਡਸ ਆਫ ਰਾਈਟ ਐਂਗਲ ਟ੍ਰਾਇੰਗਲ ਆਰ 12 and 5 ਐਂਡ ਦਾ ਪੈਰੀਮੀਟਰ ਇਜ਼ 30। ਧਿਆਨ ਨਾਲ ਦੇਖੋ, ਇੱਕ ਰਾਈਟ ਐਂਗਲ ਟ੍ਰਾਇੰਗਲ ਹੈ, ਮਤਲਬ ਇੱਕ ਸਮਕੋਣੀ ਤਿਕੋਣ ਦੀਆਂ ਦੋ ਭੁਜਾਵਾਂ, ਇੱਕ 12 ਹੈ ਇੱਕ 5 ਹੈ, ਤੇ ਇਹਦਾ ਪੂਰਾ ਪਰਿਮਾਪ। Find the area of right angle triangle to adjacent sides of right angle at 12 and 5 and the perimeter is 30। ਮੈਨੂੰ ਦੱਸੋ ਇਸ ਕੁਐਸਚਨ ਦੇ ਵਿੱਚ ਸਾਨੂੰ ਪੈਰੀਮੀਟਰ 30 ਦੀ ਜ਼ਰੂਰਤ ਹੀ ਨਹੀਂ ਸੀ ਬੇਟਾ, ਕਿਉਂਕਿ ਜਿਸ ਤ੍ਰਿਭੁਜ ਦੇ ਵਿੱਚ ਇੱਕ ਕੋਣ 90 ਡਿਗਰੀ ਦਾ ਮਿਲ ਜੇ ਨਾ, ਉੱਥੇ ਅਸੀਂ ਫਾਰਮੂਲਾ ਜਿਹੜਾ ਹੈ ਖੇਤਰਫਲ ਦਾ ਕੀ ਲਗਾਉਂਦੇ ਹਾਂ? 1/2 ਗੁਣਾ ਆਧਾਰ ਗੁਣਾ ਲੰਬ। 1/2 ਗੁਣਾ ਆਧਾਰ ਕਿੰਨਾ ਹੈ? 5, ਤੇ ਲੰਬ ਕਿੰਨਾ ਹੈ? 12। 2 ਨਾਲ 12 ਘਟਿਆ 6, 5 30 ਡਿਗਰੀ ਤੁਹਾਡਾ ਆਨਸਰ ਆ ਗਿਆ ਹੈ। ਤੇ ਇਸ ਦੇ ਵਿੱਚ ਦੇਖੋ 1/2 ਗੁਣਾ 12 ਗੁਣਾ 5 ਸਿੱਧਾ ਹੀ ਆ ਗਿਆ ਨਾ ਤੁਹਾਡੇ ਕੋਲ, ਦੇਖੋ। ਤੇ ਇਹ ਇੱਕ ਆਪਸ਼ਨ ਹੀ ਤੁਹਾਡਾ ਆਨਸਰ ਹੋਵੇਗਾ। ਬਹੁਤ ਹੀ ਸੌਖਾ ਸਵਾਲ। ਇਹਦੇ ਵਿੱਚ ਪਰਿਮਾਪ ਦਾ ਕੰਮ ਨਹੀਂ ਸੀਗਾ ਬੇਟਾ। ਪਰਿਮਾਪ ਦਾ ਕੰਮ ਉੱਥੇ ਹੁੰਦਾ ਜਿੱਥੇ ਜਿਹੜਾ ਸਮਕੋਣ ਤਿਕੋਣ ਨਹੀਂ ਹੁੰਦਾ। ਇਸ ਕਰਕੇ ਪਰਿਮਾਪ ਦੇ ਨਾਲ ਕਨਫਿਊਜ਼ ਨਹੀਂ ਹੋਣਾ ਹੈ। ਸਿੱਧਾ ਹੀ 1/2 ਗੁਣਾ 12 ਗੁਣਾ 5 ਤੁਹਾਡਾ ਆਨਸਰ ਹੋਵੇਗਾ। ਹੁਣ ਆਪਾਂ 11ਵਾਂ ਸਵਾਲ ਕਰਾਂਗੇ। ਧਿਆਨ ਨਾਲ ਦੇਖਿਓ। ਕਹਿੰਦਾ ਹੈ ਕਿ ਇੱਕ ਸਿੱਕਾ ਉਛਾਲ ਕੇ ਟਾਸ ਕਰਨ ਤੇ ਚਿੱਤ ਆਉਣ ਦੀ ਸੰਭਾਵਨਾ। ਬੇਟਾ ਇੱਕ ਸਿੱਕਾ ਤੁਹਾਨੂੰ ਪਤਾ 1 ਰੁਪਏ ਦਾ ਸਿੱਕਾ ਹੁੰਦਾ, ਉਹਦੇ 'ਤੇ ਇੱਕ ਪਾਸੇ ਹੈੱਡ ਹੁੰਦਾ, ਇੱਕ ਪਾਸੇ ਟੇਲ ਹੁੰਦਾ ਹੈ ਨਾ। ਜਦੋਂ ਅਸੀਂ ਸਿੱਕਾ ਉਛਾਲਿਆ, ਹਜੇ ਸਿੱਕਾ ਥੱਲੇ ਗਿਰਿਆ ਨਹੀਂ, ਤਾਂ ਉਸ ਵੇਲੇ ਸਾਡੇ ਕੋਲ ਟੋਟਲ ਚਾਂਸ ਕਿੰਨੇ ਸੀਗੇ ਕਿ ਥੱਲੇ ਕੀ ਆ ਸਕਦਾ? ਜਾਂ ਤਾਂ ਹੈੱਡ ਆਉਣਾ ਸੀ ਜਾਂ ਫਿਰ ਟੇਲ ਆਉਣਾ ਸੀਗਾ। ਸਾਡੇ ਕੋਲ ਟੋਟਲ ਚਾਂਸ ਕਿੰਨੇ ਹੋ ਗਏ? 2। ਲੇਕਿਨ ਹੁਣ ਉਹ ਕਹਿੰਦਾ ਹੈੱਡ ਆਇਆ, ਤੇ ਹੈੱਡ ਤਾਂ ਇੱਕੋ ਹੀ ਹੈ ਨਾ। ਇਹਦਾ ਮਤਲਬ ਸਾਡਾ ਕਿੰਨਾ ਆਨਸਰ ਆਏਗਾ? 1/2, ਜੋ ਕਿ ਸਾਡਾ ਦੂਜਾ ਆਪਸ਼ਨ ਹੈ। ਕੁਐਸਚਨ ਨੰਬਰ 11 ਦਾ ਆਪਸ਼ਨ 2 ਸਾਡਾ ਬਿਲਕੁਲ
ਸਹੀ ਹੋਵੇਗਾ। ਹੁਣ ਆਪਾਂ 12ਵਾਂ ਕੁਐਸਚਨ ਕਰਨ ਜਾ ਰਹੇ ਹਾਂ, ਧਿਆਨ ਨਾਲ ਦੇਖਿਓ। ਹੇਠਾਂ ਲਿਖੇ ਵਿੱਚੋਂ ਕਿਹੜਾ ਤ੍ਰਿਭੁਜ ਦੀ ਸਰਬੰਗ ਸਮਤਾ ਦਾ ਨਿਯਮ ਨਹੀਂ ਹੈ? ਦੇਖੋ ਧਿਆਨ ਨਾਲ, ਪਹਿਲਾ ਯੂਕਲਿਡ ਦੀ ਪੰਜਵੀਂ ਧਾਰਾ ਨਿਯਮ, ਇਹ ਕੀ ਲਿਖਤਾ ਇਹਨਾਂ ਨੇ ਬੇਟਾ, ਦੇਖੋ ਹੀਰੋ ਦਾ ਸੂਤਰ, ਅੱਛਾ ਸੌਰੀ, ਇਹਨਾਂ ਨੇ ਪੁੱਛਿਆ ਕਿਹੜਾ ਸਰਬੰਗ ਸਮਤਾ ਦਾ ਨਿਯਮ ਹੈ, ਤੇ ਹੁਣ ਦੇਖੋ ਯੂਕਲਿਡ ਵਾਲਾ ਤਾਂ ਹੋ ਹੀ ਨਹੀਂ ਸਕਦਾ, ਹੀਰੋ ਸੂਤਰ ਹੋ ਹੀ ਨਹੀਂ ਸਕਦਾ, ਐਂਗਲ ਵੀ ਸਰਬੰਗ ਸਮਤਾ ਦਾ ਨਿਯਮ ਨਹੀਂ ਹੁੰਦਾ, ਸਿਰਫ ਇੱਕੋ ਹੀ ਹੈ ASA ਬੇਟਾ। 12ਵੇਂ ਕੁਐਸਚਨ ਦਾ ਦੂਜਾ ਭਾਗ ਤੁਹਾਡਾ ਆਨਸਰ ਹੈ ASA ਨਿਯਮ। ਕਲੀਅਰ ਹੋ ਗਈ ਮੇਰੀ ਗੱਲ? ਇਹ ਤਾਂ ਬਹੁਤ ਹੀ ਸੌਖਾ ਸਵਾਲ ਸੀਗਾ। ਇੱਕ ਤਿਕੋਣ ਦਾ, ਬਈ ਇਸ ਗੱਲ ਦਾ ਧਿਆਨ ਰੱਖਣਾ ਬੇਟਾ, ਪਿਛਲੇ ਕੁਐਸਚਨ ਵਿੱਚ ਕੌਂਗਰੈਂਸ ਰੂਲ ਦੇ ਵਿੱਚ AAA ਨਹੀਂ ਆਉਂਦਾ ਕਦੇ ਵੀ, ਯਾਦ ਰੱਖਣਾ। ਕੱਲ ਸਵਾਲ ਕੋਈ ਹੋਰ ਵੀ ਆ ਸਕਦਾ ਹੈ, ਤੇ ਤੁਸੀਂ ਯਾਦ ਰੱਖਣਾ ਕਿ AAA ਨਿਯਮ ਸਰਬੰਗ ਸਮਤਾ ਦਾ ਨਹੀਂ ਹੁੰਦਾ ਹੈ। ਇੱਕ ਤਿਕੋਣ ਦਾ ਖੇਤਰਫਲ ਕਿੰਨਾ ਹੋਵੇਗਾ ਜਿਸ ਦੀਆਂ ਭੁਜਾਵਾਂ ਦਾ ਅਨੁਪਾਤ? ਹੁਣ ਧਿਆਨ ਦੇਖੋ, ਕੁਐਸਚਨ ਥੋੜਾ ਜਿਹਾ ਵੱਡਾ ਹੋ ਗਿਆ ਹੈ। ਹੁਣ 12ਵਾਂ ਸਵਾਲ ਧਿਆਨ ਨਾਲ ਦੇਖੋਗੇ ਸਾਰੇ। ਭੁਜਾਵਾਂ ਦਾ ਅਨੁਪਾਤ ਮਤਲਬ ਮੰਨ ਲਓ A ਭੁਜਾ ਸਾਡੇ ਕੋਲ ਹੈ 12, ਪਹਿਲਾ ਅਨੁਪਾਤ ਦਿੱਤਾ 12, 17 ਤੇ 25, ਤੇ A ਮੰਨ ਲਈ 12x, B ਨੂੰ ਮੰਨ ਲਿਆ ਗਿਆ 17x, ਤੇ C ਨੂੰ ਮੰਨ ਗਿਆ 25x, ਕਿਉਂਕਿ ਜਦੋਂ ਅਨੁਪਾਤ ਦਿੱਤੀ ਹੋਵੇ ਤਾਂ ਅਨੁਪਾਤ ਨੂੰ ਤੋੜਨ ਲਈ x ਨਾਲ ਗੁਣਾ ਕੀਤਾ ਜਾਂਦਾ ਹੈ। ਤੇ ਹੁਣ ਪਰਿਮਾਪ ਕਿੰਨਾ ਦਿੱਤਾ ਗਿਆ ਹੈ ਬੇਟਾ? ਪਰਿਮਾਪ 540 ਦਿੱਤਾ ਗਿਆ, ਤੇ ਪਰਿਮਾਪ ਦਾ ਫਾਰਮੂਲਾ ਹਜੇ ਆਪਾਂ ਡਿਸਕਸ ਕੀਤਾ ਹੈ ਪਹਿਲਾਂ ਵੀ ਕਿ ਸਾਡਾ ਪਰਿਮਾਪ ਦਾ ਫਾਰਮੂਲਾ ਹੁੰਦਾ ਤਿੰਨੇ ਭੁਜਾਵਾਂ ਦਾ ਜੋੜ A ਜਮਾ B ਜਮਾ C, ਹੈ ਨਾ। ਤੇ ਪਰਿਮਾਪ ਹੋ ਗਿਆ 12x, 17x ਤੇ 25x। ਹੁਣ ਤਿੰਨਾਂ ਨੂੰ ਜੋੜ ਕੇ 540 ਦੇ ਬਰਾਬਰ ਰੱਖ ਲਿਆ। ਹੁਣ ਧਿਆਨ ਨਾਲ ਦੇਖੋ ਤੁਸੀਂ ਸਾਰੇ, 12 ਤੇ 17 ਨੂੰ ਜੋੜਿਆ 10 20 29, 29 ਤੇ 25 54x ਆ ਗਿਆ ਹੈ। ਤਾਂ x ਦਾ ਵੈਲਿਊ ਕਿੰਨੀ ਆ ਗਈ ਹੈ? 540/54 ਕੱਟ ਕੇ 10। ਜੇ x ਦੀ ਵੈਲਿਊ ਬੇਟਾ 10 ਆ ਗਈ ਹੈ ਤਾਂ ਮਤਲਬ ਸਾਡੇ ਕੋਲ ਜਿਹੜੀ ਭੁਜਾਵਾਂ ਸੀਗੀਆਂ ਉਹ ਕਿੰਨੀਆਂ ਆ ਗਈ? A ਆ ਗਈ 12 × 10 120, B ਆ ਗਈ 170 ਤੇ C ਆ ਗਿਆ 250। ਤੇ ਇਸ ਤਰ੍ਹਾਂ ਅਸੀਂ A B ਤੇ C ਦੀ ਵੈਲਿਊ ਹਜੇ ਪਤਾ ਕੀਤੀ ਹੈ। ਤੇ ਹੁਣ ਅਸੀਂ ਇਸ ਨੂੰ ਪਤਾ ਕਰਨ ਲਈ ਕਿਹੜਾ ਫਾਰਮੂਲਾ ਲਗਾਵਾਂਗੇ? ਹੀਰੋ ਸੂਤਰ ਬੇਟਾ। ਹੀਰੋ ਸੂਤਰ ਰਾਹੀਂ ਹੀ ਹੁਣ ਅਸੀਂ ਪਤਾ ਕਰ ਸਕਾਂਗੇ ਕਿ ਸਾਡੇ ਕੋਲ ਇਸ ਸਵਾਲ ਦਾ ਆਨਸਰ ਕੀ ਹੋਵੇਗਾ। ਹੁਣ ਦੇਖੋ ਹੀਰੋ ਸੂਤਰ ਕਿੱਦਾਂ ਲੱਗੇਗਾ, ਧਿਆਨ ਨਾਲ ਦੇਖਣਾ ਸਾਰਿਆਂ ਨੇ। ਹੀਰੋ ਸੂਤਰ ਲਗਾਉਣ ਲਈ ਅਸੀਂ ਸਭ ਤੋਂ ਪਹਿਲਾਂ S ਕੱਢਦੇ ਹਾਂ, ਜੋ ਕਿ ਤਿੰਨਾਂ ਜਿਹੜੇ ਸਾਡੇ ਤਿੰਨ ਆਨਸਰ ਆਏ ਨੇ 120 170 ਤੇ 250, ਇਹਨਾਂ ਨੂੰ ਜੋੜ ਕੇ ਇਹਨਾਂ ਦਾ ਅੱਧਾ ਕੀਤਾ ਜਾਂਦਾ ਹੈ ਨਾ। ਹੁਣ S ਕਿੱਦਾਂ ਨਿਕਲੇਗਾ? 120 ਜਮਾ 170 ਜਮਾ 250 ਦਾ ਅੱਧਾ, 540 ਦਾ ਅੱਧਾ ਮਤਲਬ 270। ਤੇ ਹੁਣ ਏਰੀਆ ਕੱਢਣ ਲਈ ਫਾਰਮੂਲਾ ਕੀ ਸੀਗਾ? S ਮਾਈਨਸ A S ਮਾਈਨਸ B S ਮਾਈਨਸ C ਦਾ ਵਰਗਮੂਲ। ਇਹਦਾ ਮਤਲਬ 270 ਦੇ ਵਿੱਚੋਂ 120 ਘਟਾਵਾਂਗੇ, ਫਿਰ 270 ਦੇ ਵਿੱਚੋਂ 770 ਘਟਾਵਾਂਗੇ, ਫਿਰ 270 ਦੇ ਵਿੱਚੋਂ 250 ਘਟਾਵਾਂਗੇ ਤੇ ਵਰਗਮੂਲ ਲੱਗ ਜਾਏਗਾ। ਆਨਸਰ ਆ ਗਿਆ 270 × 150 × 100 ਤੇ ਗੁਣਾ 20 ਇਕੱਲਾ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕੀ ਸਮਝਾਇਆ ਸੀਗਾ ਬੇਟਾ, ਤੁਸੀਂ ਜ਼ੀਰੋ ਕਾਊਂਟ ਕਰੋ। 1 2 3 4 5 ਨੇ, ਪੰਜਵਾਂ ਛੱਡ ਦਿਓ ਬੇਟਾ। 4 ਜ਼ੀਰੋ ਦਾ ਬਾਹਰ 100 ਲਗਾ ਦਿਓ, 2 ਜ਼ੀਰੋ ਲਗਾ ਦਿਓ। ਤੇ ਹੁਣ ਉਹ 4 ਜ਼ੀਰੋ ਨਹੀਂ ਲਿਖਣੇ, 270 ਲਿਖ ਲਿਆ ਹੈ, 15 ਲਿਖ ਲਿਆ ਹੈ, 1 ਲਿਖਣ ਦੀ ਲੋੜ ਹੀ ਨਹੀਂ ਤੇ 2 ਲਿਖ ਲਿਆ ਹੈ। ਠੀਕ ਹੈ ਨਾ ਬੇਟਾ। ਹੁਣ ਤੁਸੀਂ ਕਿੱਦਾਂ ਕਰਨਾ ਦੇਖੋ, 15 ਦੂਣੀ 30 ਹੋ ਗਏ, 30 ਦਾ ਵੀ 1 ਜ਼ੀਰੋ ਆ ਗਿਆ, ਇੱਧਰ ਵੀ ਜ਼ੀਰੋ ਆ ਗਿਆ, 1 ਜ਼ੀਰੋ ਹੋਰ ਬਾਹਰ ਕੱਢ ਲਿਆ, ਬਾਹਰ 1000 ਹੋ ਗਿਆ ਤੇ ਅੰਦਰ ਰਹਿ ਗਿਆ 27 × 3। ਹੁਣ ਤੁਸੀਂ ਦੇਖ ਸਕਦੇ ਹੋ 1000 ਦੇ ਅੰਦਰ 27 ਹੁੰਦਾ ਹੈ 3 × 3 × 3 ਤੇ 1 3 ਪਹਿਲਾਂ ਵੀ ਅਸੀਂ 1 3 ਇਹ ਬਾਹਰ ਆ ਗਿਆ, 1 3 ਇਹ ਬਾਹਰ ਆ ਗਿਆ, 3 3 9 9000 ਤੁਹਾਡਾ ਆਨਸਰ ਹੈ। ਤੁਹਾਡੀ ਬੁੱਕ ਦਾ ਸਵਾਲ ਵੀ ਹੈ ਬੇਟਾ, ਯਾਦ ਵੀ ਹੋਏਗਾ ਕਿ ਬੱਚਿਆਂ ਨੂੰ ਕਿ ਇਸ ਦਾ ਆਨਸਰ ਕਿੰਨਾ ਆਉਂਦਾ ਹੈ, 9000 ਆਉਂਦਾ ਹੈ। ਹੁਣ ਅਸੀਂ ਆਪਣੀ ਆਪਸ਼ਨ ਚੈੱਕ ਕਰਾਂਗੇ ਜਿਹਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਨੂੰ 9000 ਆਪਸ਼ਨ ਵਿੱਚ ਕਿਹੜੀ ਆਪਸ਼ਨ ਸੀਗੀ ਜਿਹਦੇ ਵਿੱਚ ਸਾਨੂੰ 9000 ਆਨਸਰ ਆ ਰਿਹਾ ਸੀਗਾ। ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ 12000 1500 9000 ਮੀਟਰ ਸਕੁਅਰ ਤੀਜਾ ਆਪਸ਼ਨ ਸੀਗਾ। ਤੇ ਇਸ ਦਾ ਮਤਲਬ 13ਵੇਂ ਸਵਾਲ ਦਾ ਤੀਜਾ ਆਪਸ਼ਨ ਸਾਡਾ ਆਨਸਰ ਹੋਵੇਗਾ 9000 ਮੀਟਰ ਸਕੁਅਰ। ਹੁਣ ਆਪਾਂ 14ਵਾਂ ਸਵਾਲ ਕਰਾਂਗੇ, ਧਿਆਨ ਨਾਲ ਦੇਖਣਾ ਸਾਰਿਆਂ ਨੇ।
ਹੁਣ 14ਵਾਂ ਸਵਾਲ ਦੇਖੋ ਬੇਟਾ, ਸਾਨੂੰ ਕਿਹਾ ਜਾ ਰਿਹਾ 1 ਵਰਗਮੂਲ 7 ਦਾ ਪਰਿਮੇਯੀਕਰਨ ਕਰੋ। ਰੈਸ਼ਨਲਾਈਜੇਸ਼ਨ ਬਹੁਤ ਹੀ ਸੌਖਾ ਬੇਟਾ, ਤੁਹਾਨੂੰ ਯਾਦ ਹੋਏਗਾ। ਰੈਸ਼ਨਲਾਈਜੇਸ਼ਨ ਤੁਹਾਨੂੰ ਕਿਹਾ ਸੀ ਵਰਗਮੂਲ 7 ਨਾਲ ਗੁਣਾ ਵਰਗਮੂਲ 7 ਨਾਲ ਭਾਗ ਕੀਤਾ ਜਾਂਦਾ ਹੈ, ਤੇ ਉੱਪਰ ਆਂਸਰ ਆ ਗਿਆ ਵਰਗਮੂਲ 7, ਨੀਚੇ ਆ ਗਿਆ ਵਰਗਮੂਲ 7 ਗੁਣਾ ਵਰਗਮੂਲ 7 ਕਿੰਨਾ ਹੁੰਦਾ ਹੈ? 7 ਹੁੰਦਾ ਹੈ। ਬਿਲਕੁਲ ਠੀਕ ਯਾਦ ਰੱਖਣਾ, 2 ਅੱਖਰ ਵਰਗਮੂਲ ਦੇ ਵਿੱਚ ਹੋਣ ਤੇ ਬਿਲਕੁਲ ਸੇਮ ਹੋਣ ਤਾਂ ਉਹ ਕੀ ਆ ਜਾਂਦਾ ਹੈ? ਵਰਗਮੂਲ a ਦੀ ਘਾਤ 2, ਘਾਤ 2 ਨਾਲ ਵਰਗਮੂਲ ਕੱਟਿਆ ਜਾਂਦਾ ਹੈ ਇਹੀ। ਇਸ ਕਰਕੇ ਵਰਗਮੂਲ 7 ਨੂੰ ਜਦੋਂ ਵਰਗਮੂਲ 7 ਨਾਲ ਗੁਣਾ ਕਰਦੇ ਹਾਂ ਤਾਂ ਵਰਗਮੂਲ 7 ਦੀ ਘਾਤ 2, 2 ਘਾਤ ਨਾਲ ਵਰਗਮੂਲ ਕੱਟ ਜਾਂਦਾ ਹੈ, 7 ਆਉਂਦਾ ਹੈ। ਇਸ ਕਰਕੇ ਥੱਲੇ 7 ਆਂਸਰ ਆਇਆ ਹੈ ਤੇ ਤੁਹਾਡਾ ਆਪਸ਼ਨ ਸੀ, ਤੀਜਾ ਆਪਸ਼ਨ ਤੁਹਾਡਾ ਬਿਲਕੁਲ ਸਹੀ ਆਂਸਰ ਹੋਵੇਗਾ। ਹੁਣ ਆਪਾਂ 15ਵਾਂ ਸਵਾਲ ਕਰਨ ਜਾ ਰਹੇ ਹਾਂ, ਧਿਆਨ ਨਾਲ ਦੇਖਣਾ ਸਾਰਿਆਂ ਨੇ। 15ਵੇਂ ਸਵਾਲ ਵੀ ਸਾਨੂੰ ਕੀ ਕਿਹਾ ਜਾ ਰਿਹਾ, ਦੇਖੋ ਇੱਕ ਡਾਇਗਰਾਮ ਦਿੱਤਾ ਗਿਆ ਹੈ, ਤੁਸੀਂ ਦੇਖ ਸਕਦੇ ਹੋ। ਇਹ ਵਾਲਾ ਕੋਣ ਸਾਨੂੰ 50 ਡਿਗਰੀ ਕਿਹਾ ਗਿਆ ਹੈ, ਇਸ ਕੋਣ ਨੂੰ x ਕਿਹਾ ਗਿਆ ਹੈ, ਇਹ ਕੋਣ 130 ਡਿਗਰੀ ਹੈ ਤੇ ਇਹ ਵਾਲਾ ਕੋਣ ਸਾਡੇ ਕੋਲ y ਹੈ। ਤੇ ਹੁਣ ਤੁਸੀਂ ਉਹਨੂੰ ਕਿਹਾ ਜਾ ਰਿਹਾ ਹੈ ਕਿ x ਦਾ ਮੁੱਲ ਪਤਾ ਕਰਨਾ ਹੈ ਬੇਟਾ। ਸੋ ਕਹਿੰਦਾ ਹੈ ਕਿ ਇਨ ਦ ਗਿਵਨ ਫਿਗਰ t ਇਜ਼ ਦ ਟ੍ਰਾਂਸਵਰਸਲ ਲਾਈਨ, ਫਾਈਂਡ ਦ ਵੈਲਿਊ। ਚਿੱਤਰ ਵਿੱਚ AB ਤੇ CD ਸਮਾਂਤਰ ਹਨ ਤੇ x ਦਾ ਮੁੱਲ ਪਤਾ ਕਰੋ ਬੇਟਾ। x ਦੇਖੋ ਇਹ ਸਿੱਧੀ ਰੇਖਾ ਹੈ, ਇੱਕ ਸਿੱਧੀ ਰੇਖਾ ਦੇ ਉੱਪਰ ਜਿਹੜੇ ਕੋਣਾਂ ਦਾ ਜੋੜ ਹੁੰਦਾ ਉਹ ਕਿੰਨਾ ਹੁੰਦਾ? ਮੈਂ ਤੁਹਾਨੂੰ ਦੱਸਿਆ ਸੀ 180 ਹੈ। ਦਾ ਮਤਲਬ x ਤੇ 50 ਦਾ ਜੋੜ ਕੇ ਦੇ ਬਰਾਬਰ ਹੋਣਾ ਚਾਹੀਦਾ ਹੈ 180 ਦੇ। ਤਾਂ x ਕੱਢਣ ਲਈ ਆਪਾਂ 180 ਦੇ ਵਿੱਚੋਂ 50 ਨੂੰ ਘਟਾਵਾਂਗੇ ਤਾਂ ਸਾਡੇ ਕੋਲ ਕਿੰਨਾ ਆ ਗਿਆ ਹੈ? 130 ਡਿਗਰੀ ਆ ਗਿਆ ਹੈ। ਤੁਸੀਂ ਆਪਸ਼ਨ ਚੈੱਕ ਕਰ ਸਕਦੇ ਹੋ। ਤੁਹਾਡਾ ਪਹਿਲਾ ਹੀ ਆਪਸ਼ਨ ਜਿਹੜਾ ਹੈ ਕੁਐਸਚਨ 15ਵੇਂ ਦਾ ਆਪਸ਼ਨ ਪਹਿਲਾ ਬਿਲਕੁਲ ਸਹੀ ਆਪਸ਼ਨ ਹੋ ਗਿਆ ਹੈ, ਕਿਉਂਕਿ 130 ਡਿਗਰੀ ਹੀ ਤੁਹਾਡਾ ਆਨਸਰ ਹੈ। ਹੁਣ ਆਪਾਂ 16ਵਾਂ ਸਵਾਲ ਕਰਾਂਗੇ, ਧਿਆਨ ਨਾਲ ਦੇਖਣਾ ਸਾਰਿਆਂ ਨੇ। 16ਵੇਂ ਸਵਾਲ ਵਿੱਚ ਕਿਹਾ ਗਿਆ ਕਿ ਜੇ ਦੋ ਰੇਖਾਵਾਂ ਆਪਸ ਵਿੱਚ ਕੱਟਦੀਆਂ ਹਨ ਤਾਂ ਡੈਸ਼ ਕੋਣ ਬਰਾਬਰ ਹੁੰਦੇ ਹਨ। ਧਿਆਨ ਨਾਲ ਦੇਖੋ ਬੇਟਾ, ਜੇ ਦੋ ਰੇਖਾਵਾਂ ਆਪਸ ਵਿੱਚ ਕੱਟਦੀਆਂ ਹਨ ਤੇ ਕਿਹੜੇ ਕੋਣ ਬਰਾਬਰ ਹੁੰਦੇ ਨੇ? ਸਿਖਰ ਸਨਮੁਖ ਕੋਣ। ਬਿਲਕੁਲ ਠੀਕ, ਸਿਖਰ ਸਨਮੁਖ ਕੋਣ। ਇਸ ਨੂੰ ਅਸੀਂ ਕੀ ਬਣਿਆ? ਵਰਟੀਕਲੀ ਆਪੋਜ਼ਿਟ ਐਂਗਲ। ਤੁਸੀਂ ਦੇਖ ਸਕਦੇ ਹੋ ਪਹਿਲਾ ਹੀ ਆਪਸ਼ਨ ਤੁਹਾਡੇ ਕੋਲ ਸਿਖਰ ਸਨਮੁਖ ਕੋਣ ਤੇ ਵਰਟੀਕਲੀ ਆਪੋਜ਼ਿਟ ਐਂਗਲ ਹੈ ਤੇ ਕੁਐਸਚਨ 16ਵੇਂ ਦਾ ਪਹਿਲਾ ਹੀ ਆਪਸ਼ਨ ਤੁਹਾਡਾ ਬਿਲਕੁਲ ਸਹੀ ਆਨਸਰ ਹੋਵੇਗਾ। ਉਮੀਦ ਕਰਾਂ ਤੁਹਾਨੂੰ ਸਮਝ ਆ ਰਹੀ ਹੋਵੇਗੀ। ਹੁਣ ਆਪਾਂ 17ਵਾਂ ਕੁਐਸਚਨ ਕਰਨ ਜਾ ਰਹੇ ਹਾਂ, ਧਿਆਨ ਨਾਲ ਦੇਖਿਓ। ਇਨ ਦਿਸ ਫਿਗਰ ਆ ਦੇਖੋ, ਤੁਹਾਨੂੰ ਇੱਕ ਡਾਇਗਰਾਮ ਦਿੱਤਾ ਗਿਆ ਹੈ। ਦੇਖੋ ਦੋ ਕਾਟਵੀਂ ਰੇਖਾ ਬਣਾ ਲਈਆਂ ਨੇ। ਇੱਥੇ P ਬਿੰਦੂ ਹੈ, ਇੱਥੇ S ਬਿੰਦੂ ਹੈ, ਇੱਥੇ Q ਬਿੰਦੂ ਹੈ, ਇੱਥੇ R ਬਿੰਦੂ ਹੈ ਤੇ ਉਸਨੇ ਕੀ ਕਿਹਾ? ਦੇਖੋ POR ਆ ਵਾਲਾ POR ਬਿੰਦੂ ਤੇ ROQ POR ਤੇ ROQ ਦਾ ਅਨੁਪਾਤ ਹੈ 5:7। ਪਰ ਤੁਹਾਨੂੰ ਤਾਂ ਪਤਾ ਹੈ ਕਿ ਇਹਨਾਂ ਦੋਨਾਂ ਕੋਣਾਂ ਦਾ ਜੋੜ ਤਾਂ 180 ਹੁੰਦਾ ਹੈ। POR ਜਮਾ ROQ ਤਾਂ 180 ਹੁੰਦਾ ਹੈ ਨਾ। ਤੇ ਸਾਨੂੰ ਕੀ ਅਨੁਪਾਤ ਦਿੱਤਾ? 5:7। ਮੈਂ ਤੁਹਾਨੂੰ ਦੱਸਿਆ ਸੀ ਅਨੁਪਾਤ ਤੋੜਨ ਲਈ ਅਸੀਂ x ਲਗਾਉਂਦੇ ਹਾਂ। 5x ਤੇ 7x ਦਾ ਜੋੜ ਕਿੰਨਾ ਹੋ ਗਿਆ ਹੈ? 180। 12x ਬਰਾਬਰ 180 ਤਾਂ x ਕਿੰਨਾ ਆ ਗਿਆ ਹੈ? 180 ਤੇ 12 ਥੱਲੇ ਆ ਕੇ ਭਾਗ ਕਰ ਗਿਆ ਹੈ। 12 × 12 ਬਕਾਇਆ 12×5 60। x ਕਿੰਨਾ ਆ ਗਿਆ ਬੇਟਾ? 15 ਡਿਗਰੀ ਆ ਗਿਆ ਹੈ। ਹੁਣ x ਆਪਾਂ ਕਿੱਥੇ ਬਣਾਂਗੇ? ਅਸੀਂ ਇਸ ਵਾਲੇ ਕੋਣ ਨੂੰ ਮੰਨਿਆ ਸੀ 5x ਤੇ ਇਸ ਵਾਲੇ ਨੂੰ ਮੰਨਿਆ ਸੀ 7x। ਹੁਣ 5 × 15 ਤੇ 7 × 15 ਹੈ ਨਾ। ਅਸੀਂ ਪਤਾ ਕੀ ਕਰਨਾ? ਦੇਖੋ ਧਿਆਨ ਨਾਲ, ROQ ਕੋਣ ਪਤਾ ਕਰਨਾ ਨਾ ਸਿਰਫ। ਤੇ 7 × 15 ਵਾਲਾ ਸਾਡਾ ਆਨਸਰ ਹੋਏਗਾ 15 7 105 ਤੇ 105 ਡਿਗਰੀ ਸਾਡਾ ਬਿਲਕੁਲ ਰਾਈਟ ਆਨਸਰ ਹੋਵੇਗਾ। ਦੇਖੋ ਧਿਆਨ ਨਾਲ, 4th ਆਪਸ਼ਨ ਇਹਦਾ ਮਤਲਬ ਕੁਐਸਚਨ 17ਵੇਂ ਦਾ ਚੌਥਾ ਆਪਸ਼ਨ ਤੁਹਾਡਾ ਬਿਲਕੁਲ ਰਾਈਟ ਆਨਸਰ ਹੈਗਾ ਹੈ। ਉਮੀਦ ਕਰ ਰਿਹਾ ਤੁਹਾਨੂੰ ਸਮਝ ਆ ਰਹੀ ਹੋਵੇਗੀ ਕਿ ਸਾਨੂੰ ਕਿਹੜਾ ਆਨਸਰ ਆਇਆ ਬੇਟਾ? ਚੌਥਾ ਆਪਸ਼ਨ ਸਹੀ ਆਨਸਰ ਆਇਆ ਹੈ। ਕਿੱਦਾਂ ਆਇਆ ਬੇਟਾ? ਜਦੋਂ ਵੀ ਤੁਹਾਨੂੰ ਕੋਈ ਦੋ ਕੋਣਾਂ ਦਾ ਅਨੁਪਾਤ ਦਿੱਤਾ ਹੋਵੇ 5:7, ਤੁਸੀਂ ਪਹਿਲੇ ਕੋਣ ਨਾਲ x ਲਗਾਉਣਾ ਹੈ, ਦੂਜੇ ਕੋਣ ਨਾਲ x ਲਗਾਉਣਾ ਹੈ। ਤੇ ਤੁਹਾਨੂੰ ਪਤਾ ਸੀਗਾ ਇਹ 5x ਕੋਣ ਹੋ ਗਿਆ ਤੇ ਇਹ 7x ਹੋ ਗਿਆ ਤੇ ਇਹਨਾਂ ਦਾ ਸਿੱਧੀ ਲਾਈਨ ਹੋਣ ਕਰਕੇ ਜੋੜ 180 ਦੇ ਬਰਾਬਰ ਹੁੰਦਾ ਹੈ। ਅਸੀਂ ਬਰਾਬਰ ਰੱਖ ਕੇ x ਕੱਢਿਆ ਤੇ x ਨੂੰ ਵਾਪਸ ਭਰ ਲਿਆ ਹੈ। ਜੇ ਉਹ ਸਾਨੂੰ POR ਪੁੱਛਦਾ ਤੇ ਅਸੀਂ 5 × 25 15×5 75 ਦੱਸਦੇ, ਲੇਕਿਨ ਉਸਨੇ ਸਾਨੂੰ ROQ ਪੁੱਛਿਆ ਹੈ, ਇਸ ਕਰਕੇ ਅਸੀਂ 105 ਦੱਸਿਆ ਹੈ ਬੇਟਾ। ਠੀਕ ਹੈ, ਉਮੀਦ ਸਮਝ ਲੱਗ ਰਹੀ ਬੇਟਾ। ਹੁਣ ਆਪਾਂ 18ਵਾਂ ਸਵਾਲ ਕਰਾਂਗੇ, ਧਿਆਨ ਨਾਲ ਦੇਖੋ। 18ਵੇਂ ਸਵਾਲ 'ਚ ਸਾਨੂੰ ਕਿਹਾ ਜਾ ਰਿਹਾ ਹੈ ਕਿ ਬਸ ਸਿੰਪਲੀਫਾਈ ਕਰਨਾ ਹੈ 2 + ਵਰਗਮੂਲ 3 ਤੇ 2 - ਵਰਗਮੂਲ। ਯਾਦ ਰੱਖਣਾ ਬੇਟਾ ਕਿ ਜੇਕਰ ਪਹਿਲਾ ਅੱਖਰ ਵੀ ਸੇਮ ਹੋਵੇ ਤੇ ਦੂਜਾ ਅੱਖਰ ਵੀ ਸੇਮ ਹੋਵੇ ਤੇ ਵਿਚਕਾਰ ਪਲੱਸ ਮਾਈਨਸ ਹੋਵੇ ਤਾਂ ਕੁਝ ਨਹੀਂ ਕਰਨਾ ਹੁੰਦਾ। ਪਹਿਲੇ ਅੱਖਰ ਦੀ ਘਾਤ 2 - ਦੂਜੇ ਅੱਖਰ ਦੀ ਘਾਤ 2, ਵਿਚਕਾਰ ਹਮੇਸ਼ਾ ਮਾਈਨਸ ਹੋਣਾ ਹੈ। ਪਹਿਲੇ ਅੱਖਰ ਦੀ ਘਾਤ 2 - ਦੂਜੇ ਅੱਖਰ ਦੀ ਘਾਤ 2 ਕਦੋਂ? ਜਦੋਂ ਤੁਹਾਡੇ ਕੋਲ a + b ਤੇ a - b ਵਾਲਾ ਰੂਲ ਲੱਗੇਗਾ। 2 ਦੀ ਘਾਤ 2 4 ਹੁੰਦਾ ਹੈ। ਮੈਂ ਤੁਹਾਨੂੰ ਦੱਸਿਆ ਸੀ ਘਾਤ 2 ਨਾਲ ਵਰਗਮੂਲ ਕਰਦਾ ਹੈ -3। ਕਿੰਨਾ ਆਨਸਰ ਆ ਗਿਆ? 1। ਤੇ ਤੁਹਾਡੇ ਕੋਲ ਪਹਿਲਾ ਆਪਸ਼ਨ ਹੀ ਸਹੀ ਆਨਸਰ
ਹੋਵੇਗਾ। 18ਵੇਂ ਦਾ ਹੁਣ 19ਵਾਂ ਕੁਐਸਚਨ ਦੇਖੋ ਧਿਆਨ ਨਾਲ। ਕਹਿੰਦਾ ਦਾ ਰਿਕਾਰਡ ਆਫ ਅ ਵੈਦਰ ਸਟੇਸ਼ਨ shows that out of the past 250 consecutive days if weather forecast were correct 175 times what is the probability that it was not correct। ਧਿਆਨ ਰੱਖੋ ਕਹਿੰਦਾ ਹੈ ਕਿ ਮੌਸਮ ਕੇਂਦਰ ਦੇ ਰਿਕਾਰਡ ਦੇਖਣ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਲਗਭਗ 250 ਦਿਨ ਵਿੱਚ ਟੋਟਲ ਦਿਨ ਕਿੰਨੇ ਸੀਗੇ, ਕੁੱਲ ਦਿਨ ਕਿੰਨੇ ਸੀਗੇ 250। ਤਾਂ ਮੈਂ ਤੁਹਾਨੂੰ ਦੱਸਿਆ ਪ੍ਰੋਬੇਬਿਲਿਟੀ ਦਾ ਕੋਈ ਵੀ ਕੁਐਸਚਨ ਆ ਜਾਏ ਸੰਭਾਵਨਾ ਦਾ ਕੁੱਲ ਨੀਚੇ ਆਉਂਦਾ ਹੈ ਤੇ ਮੌਸਮ ਦੀ ਭਵਿੱਖਬਾਣੀ ਵਿੱਚੋਂ 175 ਵਾਰੀ ਸਹੀ ਸੀਗਾ। ਸਹੀ ਕਿੰਨੀ ਵਾਰੀ ਹੋਈ 175 ਵਾਰੀ ਤੇ ਫਿਰ ਗਲਤ ਕਿੰਨੀ ਵਾਰੀ ਹੋਈ ਹੋਏਗੀ ਅਸੀਂ ਕਿੱਦਾਂ ਪਤਾ ਲਗਾਵਾਂਗੇ। 250 ਦੇ ਵਿੱਚੋਂ 175 ਘਟਾ ਦਿੰਦੇ ਹਾਂ 5 ਤੇ 75 ਵਾਰੀ ਗਲਤ ਹੋ ਗਈ। ਹੁਣ ਉਹਨੇ ਕੀ ਮੰਗਿਆ ਸੰਭਾਵਨਾ ਸਹੀ ਨਹੀਂ ਮਤਲਬ ਗਲਤ ਹੋਣੀ ਚਾਹੀਦੀ ਹੈ 75 ਤੇ 75/250 ਸਾਡਾ ਆਨਸਰ ਹੋਵੇਗਾ। ਪਹਿਲਾ ਹੀ ਆਪਸ਼ਨ ਬਿਲਕੁਲ ਸਹੀ ਆਪਸ਼ਨ ਹੈ। ਕੁਐਸਚਨ ਨੰਬਰ 19 ਦਾ ਆਪਸ਼ਨ ਨੰਬਰ ਪਹਿਲਾ ਇਜ਼ ਆਨਸਰ। ਆਈ ਸਮਝ ਬੇਟਾ। ਲਾਸਟ ਸਵਾਲ 20ਵਾਂ ਸਵਾਲ ਧਿਆਨ ਨਾਲ ਦੇਖੋਗੇ ਬੇਟਾ। ਚਿੱਤਰ ਵਿੱਚ ਸਮਚਤੁਰਭੁਜ ਦੇ ਆਕਾਰ ਦੇ ਖੇਤ ਦਾ ਖੇਤਰਫਲ ਪਤਾ ਕਰਨਾ ਹੈ। ਤੁਹਾਨੂੰ ਮੈਂ ਦੱਸਿਆ ਸੀਗਾ ਕਿ ਤੁਸੀਂ ਦੇਖੋ ਧਿਆਨ ਨਾਲ ਇੱਕ ਹਿੱਸੇ ਦਾ ਖੇਤਰਫਲ ਕੱਢ ਲੈਂਦੇ ਆਪਾਂ, ਠੀਕ ਹੈ। ਇੱਕ ਹਿੱਸੇ ਦਾ ਖੇਤਰਫਲ ਕੱਢ ਕੇ ਉਸਨੂੰ ਅਸੀਂ 2 ਨਾਲ ਗੁਣਾ ਕਰ ਸਕਦੇ ਹਾਂ। ਧਿਆਨ ਨਾਲ ਦੇਖੋਗੇ ਤੁਸੀਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਦਿਖਾਉਂਦਾ ਹਾਂ। ਇਹ ਤੁਹਾਡੇ ਕੋਲ 100 ਹੈ, ਇਹ ਵੀ 100 ਹੈ ਤੇ ਇਹ 160 ਹੈ ਬੇਟਾ। ਇੱਧਰ ਇਹ 100 ਹੈ, ਇਹ 100 ਹੈ ਤੇ 160 ਹੈ। ਅਸੀਂ ਸਿਰਫ ਇਸ ਹਿੱਸੇ ਦਾ ਖੇਤਰਫਲ ਪਤਾ ਕਰਨ ਲਈ ਸਭ ਤੋਂ ਪਹਿਲਾਂ ਐਸ ਕੱਢਾਂਗੇ। 100 ਜਮਾ 100 ਜਮਾ 160 ਦਾ ਅੱਧਾ 360 ਦਾ ਅੱਧਾ ਹੁੰਦਾ ਹੈ 180 ਤਾਂ ਐਸ ਆ ਗਿਆ 180। ਐਸ ਮਾਈਨਸ ਏ ਐਸ ਮਾਈਨਸ ਬੀ ਐਸ ਮਾਈਨਸ ਸੀ ਦਾ ਵਰਗਮੂਲ ਹੁੰਦਾ ਫਾਰਮੂਲਾ ਤੇ 180। ਉਸ ਤੋਂ ਬਾਅਦ ਕੀ ਲਿਖਾਂਗੇ 180 ਦੇ ਵਿੱਚੋਂ 100 ਮਾਈਨਸ ਕਰਾਂਗੇ, ਫਿਰ 180 ਦੇ ਵਿੱਚੋਂ 100 ਮਾਈਨਸ ਕਰਾਂਗੇ, ਫਿਰ 180 ਦੇ ਵਿੱਚੋਂ 160 ਮਾਈਨਸ ਕਰਾਂਗੇ ਕਿਉਂਕਿ ਤੁਹਾਡੇ ਕੋਲ ਇੱਕ ਭੁਜਾ 100 ਇੱਕ ਭੁਜਾ 100 ਤੇ ਇੱਕ ਭੁਜਾ 160 ਸੀਗੀ। ਤੇ ਹੁਣ ਸਾਨੂੰ ਆਨਸਰ ਆਉਣ ਲੱਗਾ ਹੈ ਦੇਖਾ 180 ਗੁਣਾ 80 ਗੁਣਾ 80 ਗੁਣਾ 20 ਦਾ ਵਰਗਮੂਲ। ਤੁਸੀਂ ਦੇਖੋ ਤੁਹਾਡੇ ਕੋਲ ਆਪਸ਼ਨ ਦੇ ਵਿੱਚ ਕੋਈ ਆ ਰਹੀ ਹੈ ਤੇ ਕੋਈ 180 ਵੀ ਆ ਰਿਹਾ 80 ਵੀ ਆ ਰਿਹਾ 80 ਵੀ ਆ ਰਿਹਾ ਤੇ 20 ਵੀ ਆ ਰਿਹਾ ਤੇ ਇਹ ਤੁਹਾਡਾ ਆਨਸਰ ਹੋ ਸਕਦਾ ਹੈ। ਤੇ ਹੋਰ ਕੋਈ ਆਪਸ਼ਨ ਚੈੱਕ ਕਰਦੇ ਹਾਂ। ਸਾਨੂੰ ਪੂਰੇ ਏਰੀਆ ਆਫ ਰੋਮਬਸ ਦਾ ਪੁੱਛਿਆ ਗਿਆ ਅੱਜ ਕਿ ਇਹਨੂੰ 2 ਨਾਲ ਗੁਣਾ ਕਰਨਾ ਹਜੇ ਪੈਂਡਿੰਗ ਹੈ। 2 ਨਾਲ ਵੀ ਤਾਂ ਗੁਣਾ ਹੋਣੀ ਹੈ ਨਾ ਅਜੇ। ਤੇ ਫਿਰ ਹੋਰ ਕਿਹੜਾ ਆਨਸਰ ਹੋ ਸਕਦਾ ਹੈ 2 ਨਾਲ ਗੁਣਾ 100 ਵੀ ਨਹੀਂ ਆ ਸਕਦਾ। ਕੋਈ ਨਾ ਕੋਈ ਫਿਰ ਦੁਬਾਰਾ ਇਸ ਕੁਐਸਚਨ ਦੇ ਵਿੱਚ ਇੱਕ ਮਿਸਟੇਕ ਲੱਗ ਰਹੀ ਹੈ ਮੈਨੂੰ ਬੇਟਾ। ਏਰੀਆ ਆਫ ਰੋਮਬਸ ਕੱਢਣਾ ਸੀਗਾ ਅਸੀਂ ਤੇ ਇਸ ਤ੍ਰਿਭੁਜ ਦਾ ਖੇਤਰਫਲ ਅਸੀਂ ਕੱਢ ਲਿਆ ਹੈ ਤੇ ਇਹਦਾ ਵੀ ਕੱਢਣ ਲਈ ਅਸੀਂ 2 ਨਾਲ ਗੁਣਾ ਕਰਦੇ ਹਾਂ ਤੇ ਆਨਸਰ ਇਹ ਆਉਣਾ ਚਾਹੀਦਾ 2। ਇੱਧਰ ਚੌਥੇ ਆਪਸ਼ਨ ਦੇ ਵਿੱਚ 2 ਲੱਗਣਾ ਜ਼ਰੂਰੀ ਹੈ ਫਰੰਟ ਦੇ ਵਿੱਚ। ਮਿਸਪ੍ਰਿੰਟਿੰਗ ਹੈ। ਇਹਦਾ ਡੀ ਆਪਸ਼ਨ ਹੋਵੇਗਾ। ਕੁਐਸਚਨ 20ਵੇਂ ਦਾ ਚੌਥਾ ਆਪਸ਼ਨ ਤੁਹਾਡਾ ਆਨਸਰ ਹੋਵੇਗਾ। ਪਰ ਧਿਆਨ ਨਾਲ ਰੱਖਣਾ ਹੈ ਕਿ ਅਸੀਂ ਹਜੇ ਸਿਰਫ ਇੱਕ ਤ੍ਰਿਭੁਜ ਦਾ ਖੇਤਰਫਲ ਕੱਢਿਆ ਸੀਗਾ ਤੇ ਦੂਜੇ ਤ੍ਰਿਭੁਜ ਦਾ ਸੇਮ ਆਉਣਾ ਸੀਗਾ, ਇਸ ਕਰਕੇ 2 ਨਾਲ ਗੁਣਾ ਕਰਨਾ ਜ਼ਰੂਰੀ ਹੈ। ਇੱਧਰ 2 ਨਾਲ ਗੁਣਾ ਹੋਵੇਗੀ ਫਿਰ ਸਾਡਾ ਆਨਸਰ ਬਣੇਗਾ ਤੇ ਇਸ ਤਰ੍ਹਾਂ ਸਾਡਾ ਆਨਸਰ ਚੌਥੀ ਆਪਸ਼ਨ ਹੋਵੇਗਾ। ਕਦੋਂ? ਜਦੋਂ ਇੱਧਰ ਬਾਹਰ 2 ਲੱਗੇਗਾ, ਠੀਕ ਹੈ ਬੇਟਾ। ਪਰ ਤੁਸੀਂ ਆਪਣੇ ਕਨਸੈਪਟ ਨੂੰ ਸਮਝੋ ਕਿ ਤੁਸੀਂ ਖੇਤਰਫਲ ਕਿਵੇਂ ਪਤਾ ਕਰਨਾ ਹੈ ਹੀਰੋ ਸੂਤਰ ਲਗਾ ਕੇ। ਤੇ ਇਸ ਤਰ੍ਹਾਂ ਸਾਡਾ ਜਿਹੜਾ ਸੈਂਪਲ ਪੇਪਰ ਬੇਟਾ ਕੰਪਲੀਟ ਹੋ ਗਿਆ ਹੈ। ਉਮੀਦ ਕਰਦਾ ਤੁਹਾਨੂੰ ਸਮਝ ਆਇਆ ਹੋਵੇਗਾ। ਘੱਟ ਟਾਈਮ ਦੇ ਵਿੱਚ ਬੇਟਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡਾ ਪੇਪਰ ਵੀ ਨੇੜੇ ਆ ਰਹੇ ਨੇ ਤੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਤਿਆਰੀ ਕਰੋਗੇ ਉਨਾ ਹੀ ਤੁਹਾਡੇ ਲਈ ਵਧੀਆ ਹੋਵੇਗਾ। ਤੇ ਇਸ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਇਸੇ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਉਸਨੂੰ ਲਾਈਕ ਕਰਿਓ, ਜ਼ਰੂਰ ਕਮੈਂਟ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਅਗਲੀ ਵੀਡੀਓ ਤੁਹਾਡੇ ਫੋਨ ਤੇ ਸਭ ਤੋਂ ਪਹਿਲਾਂ ਸ਼ੋ ਹੋ ਸਕੇ।